ਸਾਹਿਤ ਚੈਨਲ 'ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ। UGC ਨੈਟ ਪੰਜਾਬੀ ਦੀ ਫਸਟ ਯੂਨਿਟ ਕਵਰ ਕਰ ਰਹੇ ਸੀ, ਜਿਸ ਵਿੱਚ ਸਾਹਿਤ ਅਤੇ ਸਮਾਜ ਦਾ ਸੰਬੰਧ ਪੜ੍ਹ ਲਿਆ, ਸਾਹਿਤ ਅਤੇ ਧਰਮ ਬਾਰੇ ਜਾਣ ਲਿਆ ਸੀ, ਸਾਹਿਤ ਅਤੇ ਦਰਸ਼ਨ ਬਾਰੇ ਵੀ, ਅਤੇ ਹੋਰ ਬਹੁਤ ਸਾਰੇ ਸਾਹਿਤ ਅਧਿਐਨ, ਸਾਹਿਤ ਸਮੀਖਿਆ, ਸਾਹਿਤ ਇਤਿਹਾਸ, ਸਾਹਿਤ ਅਤੇ ਭਾਸ਼ਾ, ਸਾਹਿਤ ਕੀ ਹੈ, ਸਾਹਿਤ ਵਿਗਿਆਨ ਕੀ ਹੈ, ਇਹਨਾਂ ਬਾਰੇ ਪੜ੍ਹ ਲਿਆ ਸੀ। ਅੱਜ ਪੜ੍ਹਨਾ ਹੈ ਸਾਹਿਤ ਅਤੇ ਇਤਿਹਾਸ। ਸਾਹਿਤ ਅਤੇ ਇਤਿਹਾਸ ਦਾ ਆਪਸ ਵਿੱਚ ਕੀ ਸੰਬੰਧ ਹੈ? ਸਾਹਿਤ ਅਤੇ ਇਤਿਹਾਸ ਇੱਕ ਦੂਸਰੇ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ? ਸਾਹਿਤ ਅਤੇ ਇਤਿਹਾਸ ਦਾ ਨਿਕਟਵਰਤੀ ਸੰਬੰਧ, ਸਮਾਨਤਾ ਜਾਂ ਵਿਲੱਖਣਤਾ। ਸਾਹਿਤ ਅਤੇ ਇਤਿਹਾਸ ਵਿਚਕਾਰ ਨਿਕਟਵਰਤੀ ਸੰਬੰਧ ਹੈ। ਸਮੇਂ-ਸਮੇਂ ਦੋਵੇਂ ਸੰਜਮ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹੇ ਹਨ, ਪਰੰਤੂ ਦੋਵਾਂ ਵਿਚਕਾਰ ਸਮਾਨਤਾ ਵੀ ਹੈ, ਪਰੰਤੂ ਸਮਾਨਤਾ ਨਾਲੋਂ ਵੱਖਰੇਵੇਂ ਵਾਲੇ ਲੱਛਣ ਵਧੇਰੇ ਹਨ। ਸਾਹਿਤ ਲਲਿਤ ਕਲਾ ਦੀ ਚੀਜ਼ ਹੈ ਅਤੇ ਇਤਿਹਾਸ ਹੈ ਜੋ ਉਹ ਘਟਨਾਵਾਂ, ਨਾਵਾਂ ਦਾ ਕਾਲ ਕਰਮ ਵੇਰਵਾ ਹੈ। ਘਟਨਾਵਾਂ ਦਾ, ਨਾਵਾਂ ਦਾ ਕਾਲ ਕਰਮ ਵੇਰਵਾ ਹੈ। ਸਾਹਿਤ ਵਰਤਮਾਨ, ਭੂਤ, ਕਿਸੇ ਹੱਦ ਤੱਕ ਭਵਿੱਖ ਕਾਲ ਦੀ ਗੱਲ ਵੀ ਕਰਦਾ ਹੈ, ਪਰ ਇਤਿਹਾਸ ਹਮੇਸ਼ਾ ਹੀ ਪਰੰਪਰਾ ਮੁੱਖ ਰਿਹਾ ਹੈ। ਸਾਹਿਤ ਵਿੱਚ ਸੁਹਜਾਤਮਕਤਾ ਦਾ ਲੱਛਣ ਲਾਜ਼ਮੀ ਹੈ, ਪਰ ਇਤਿਹਾਸ ਲਈ ਇਹ ਜ਼ਰੂਰੀ ਨਹੀਂ ਹੈ। ਇਤਿਹਾਸ ਵਿੱਚ ਨਾ ਥਾਂ, ਸਮਾਂ ਸੱਚ ਹੁੰਦੇ ਹਨ, ਪਰ ਬਾਕੀ ਚੀਜ਼ਾਂ ਕਲਪਿਤ ਹੁੰਦੀਆਂ ਹਨ, ਪਰੰਤੂ ਸਾਹਿਤ ਵਿੱਚ ਨਾ ਥਾਂ ਅਤੇ ਸਮਾਂ ਸੱਚ ਨਹੀਂ ਹੁੰਦੇ। ਹਾਲੇ ਹਵਾਲੇ ਸਾਰੇ ਯਥਾਰਥ ਹੁੰਦੇ ਹਨ, ਸੱਚ ਹੁੰਦੇ ਹਨ। ਸਾਹਿਤ ਅਤੇ ਇਤਿਹਾਸ ਕਿਸੇ ਕੌਮ ਦੇ ਸੱਭਿਆਚਾਰ ਦਾ ਮੁਹਾਫਜ਼ਖਾਨਾ ਹੁੰਦਾ ਹੈ। ਉਂਝ ਕਿਸੇ ਸਾਹਿਤਕ ਰੂਪ ਦਾ ਆਪਣਾ ਇਤਿਹਾਸ ਵੀ ਹੋ ਸਕਦਾ ਹੈ। ਕੋਈ ਰਚਨਾ ਇਤਿਹਾਸਿਕ ਵਿਸ਼ੇ ਨੂੰ ਲੈ ਕੇ ਵੀ ਲਿਖੀ ਜਾ ਸਕਦੀ ਹੈ। ਇਉਂ ਸਾਹਿਤਕ ਰਚਨਾਵਾਂ ਇਤਿਹਾਸ ਦਾ ਅੰਗ ਹੁੰਦੀਆਂ ਹਨ ਅਤੇ ਇਤਿਹਾਸ ਦਾ ਮੁਲਾਂਕਣ ਕਰਨ ਵਾਲੀਆਂ ਵੀ ਹੁੰਦੀਆਂ ਹਨ। ਅਗਲਾ ਹੈ ਸਾਹਿਤ ਅਤੇ ਮਨੋਵਿਗਿਆਨ ਵਿਚਕਾਰ ਅੰਤਰ ਜਾਂ ਸਹਿ ਸੰਬੰਧ। ਸਾਹਿਤ ਅਤੇ ਮਨੋਵਿਗਿਆਨ। ਸਾਹਿਤ ਅਜਿਹਾ ਬਹੁ-ਅਰਥੀ, ਬਹੁ-ਪਰਤੀ, ਬਹੁ-ਦਿਸ਼ਾਵੀ ਵਰਤਾਰਾ ਹੈ ਜਿਹੜਾ ਮਨੁੱਖ ਦੇ ਸਮਾਜਿਕ, ਮਾਨਸਿਕ, ਪ੍ਰਕਿਰਤਿਕ ਜਗਤ ਨੂੰ ਮੁੜ ਸਿਰਜਣ ਦਾ ਕੰਮ ਕਰਦਾ ਹੈ। ਜੋ ਸਾਹਿਤ ਹੈ ਉਸ ਵਿੱਚ ਜੋ ਸਮਾਜ ਹੈ ਉਸ ਵਿੱਚ ਉਸ ਦੀ ਮਾਨਸਿਕ ਅਵਸਥਾ, ਸਮਾਜਿਕ, ਪ੍ਰਕਿਰਤਿਕ ਅਵਸਥਾ ਸਿਰਜੀ ਜਾਂਦੀ ਹੈ। ਸਾਹਿਤ ਰਚਨਾਵਾਂ ਵਿੱਚ ਜਦੋਂ ਕਿਸੇ ਪਾਤਰ ਬਿੰਬ ਦੇ ਮਨ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਸਾਹਿਤ ਮਨੋਵਿਗਿਆਨ ਦੇ ਖੇਤਰ ਦੀ ਚੀਜ਼ ਬਣ ਜਾਂਦਾ ਹੈ, ਕਿਉਂਕਿ ਮਨੋਵਿਗਿਆਨ ਵੀ ਮਨੁੱਖ ਦੇ ਮਾਨਸਿਕ ਜਗਤ ਦਾ ਵਿਗਿਆਨਿਕ ਅਧਿਐਨ ਪੇਸ਼ ਕਰਦਾ ਹੈ। ਜਗਤ ਪ੍ਰਸਿੱਧ ਮਨੋਵਿਗਿਆਨੀ ਇਸ ਧਾਰਨਾ ਦੇ ਸਮਰਥਕ ਹਨ ਕਿ ਮਨੁੱਖ ਦੀਆਂ ਅਧੂਰੀਆਂ, ਅਪੂਰਨ ਅਤੇ ਅਸੰਤੁਸ਼ਟ ਆਕਾਂਖਿਆਵਾਂ, ਇੱਛਾਵਾਂ, ਲਾਲਸਾਵਾਂ ਦੀ ਪੂਰਤੀ ਤਾਂ ਸੁਪਨੇ ਵਿੱਚ ਹੀ ਹੁੰਦੀ ਹੈ ਜਾਂ ਫਿਰ ਸਾਹਿਤ ਰਾਹੀਂ। ਮਨੁੱਖ ਦੀ ਇੱਛਾਵਾਂ ਦੀ, ਲਾਲਸਾਵਾਂ ਦੀ ਜੋ ਪੂਰਤੀ ਹੈ ਉਹ ਸੁਪਨੇ ਵਿੱਚ ਜਾਂ ਸਾਹਿਤ ਵਿੱਚ ਜਾਂ ਕਲਪਨਾ ਵਿੱਚ ਹੀ ਹੋ ਸਕਦੀ ਹੈ। ਮਨੋਵਿਗਿਆਨ ਨੇ ਸਾਹਿਤ ਦੇ ਖੇਤਰ ਨੂੰ ਹੋਰ ਵਧੇਰੇ ਵਿਸ਼ਾਲ ਬਣਾ ਦਿੱਤਾ ਹੈ, ਕਿਉਂਕਿ ਲੋਕਾਂ ਦੀ ਮਨੋਦਸ਼ਾ, ਮਨੋਵਿਸ਼ਲੇਸ਼ਣ ਸਾਹਿਤ ਵਿੱਚ ਪ੍ਰਗਟ ਕੀਤੀ ਜਾਂਦੀ ਹੈ। ਸਾਹਿਤ ਮਨੋਵਿਗਿਆਨ ਸੂਤਰਾਂ ਦੀ ਪੇਸ਼ਕਾਰੀ ਲਈ ਚੰਗਾ ਸਾਧਨ ਹੈ, ਪਰ ਮਨੋਵਿਗਿਆਨਕ ਕੇਵਲ ਮਨ ਦੀ ਦੁਨੀਆ ਤੱਕ ਸੀਮਿਤ ਹੁੰਦਾ ਹੈ, ਜਦੋਂ ਕਿ ਸਾਹਿਤ ਦਾ ਸੰਬੰਧ ਮਨੁੱਖ ਦੇ ਸਮਾਜਿਕ, ਮਨੋਵਿਗਿਆਨਿਕ, ਸੱਭਿਆਚਾਰਕ ਆਦਿ ਸਾਰੇ ਪੱਖਾਂ ਨਾਲ ਜੁੜਿਆ ਹੁੰਦਾ ਹੈ। ਜਦੋਂ ਸਾਹਿਤ ਲਿਖਦੇ ਹਾਂ ਤਾਂ ਉਸ ਵਿੱਚ ਇਨਸਾਨ ਦੀ ਸਮਾਜਿਕ ਹਾਲਤ ਬਾਰੇ ਲਿਖਿਆ ਜਾਂਦਾ ਹੈ, ਮਨੋਵਿਗਿਆਨ ਬਾਰੇ, ਉਸਦੀ ਮਾਨਸਿਕ ਹਾਲਤ ਕਿਹੋ ਜਿਹੀ ਹੈ, ਉਸਦੀ ਸੱਭਿਆਚਾਰਕ ਹਾਲਤ ਕਿਹੋ ਜਿਹੀ ਹੈ, ਇਹ ਸਭ ਕੁਛ ਸਾਹਿਤ ਵਿੱਚ ਸ਼ਾਮਿਲ ਹੈ, ਪਰੰਤੂ ਮਨੋਵਿਗਿਆਨ ਵਿੱਚ ਕੇਵਲ ਮਨ ਦੀ ਦੁਨੀਆ ਹੀ ਵਰਣਿਤ ਹੁੰਦੀ ਹੈ।
ਸਾਹਿਤ ਦਾ ਅਧਿਐਨ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਵੀ ਕੀਤਾ ਜਾ ਸਕਦਾ ਹੈ। ਇਹ ਸੀ ਸਾਹਿਤ ਅਤੇ ਮਨੋਵਿਗਿਆਨ ਦਾ ਆਪਸੀ ਸੰਬੰਧ। ਅੱਗੇ ਹੈ ਸਾਹਿਤ ਦੇ ਰੂਪ। ਸਾਹਿਤ ਦੇ ਕਿਹੜੇ ਕਿਹੜੇ ਰੂਪ ਹਨ? ਇਹ ਫਸਟ ਯੂਨਿਟ ਸਿਲੇਬਸ ਹੈ ਜੋ ਉਸ ਵਿੱਚ ਆ ਜਾਂਦੇ ਹਨ। ਸ਼ਬਦ, ਸ਼ਲੋਕ, ਕਵਿਤਾ ਦੇ ਪਰੰਪਰਾਗਤ ਰੂਪ ਜਾਂ ਸਾਹਿਤ ਦੇ ਰੂਪ। ਸਭ ਤੋਂ ਪਹਿਲਾਂ ਹੈ ਸ਼ਬਦ। ਸ਼ਬਦ ਕਿਸ ਨੂੰ ਆਖਿਆ ਜਾਂਦਾ ਹੈ? ਸ਼ਬਦ ਵਿੱਚ ਕੀ ਕੁਝ ਆ ਜਾਂਦਾ ਹੈ? ਜੋ ਸ਼ਬਦ ਹੈ ਕਾਵਿ ਰੂਪ ਹੈ। ਵਧੇਰੇ ਕਰਕੇ ਅਧਿਆਤਮਕ ਖੇਤਰ ਵਿੱਚ ਇਸ ਦਾ ਪ੍ਰਯੋਗ ਹੁੰਦਾ ਹੈ। ਲੋਕ ਗਾਇਨ ਸ਼ੈਲੀ ਵਿੱਚ ਉਚਾਰਿਆ ਜਾਂਦਾ ਹੈ। ਇਹ ਕਾਵਿ ਰੂਪ ਗੁਰੂ ਜਾਂ ਈਸ਼ਵਰ ਦੇ ਕਿਸੇ ਗੁਣ ਜਾਂ ਸਰਬ ਗੁਣਾਂ ਵੱਲ ਸੰਕੇਤ ਕਰਦਾ ਹੈ। ਇਹ ਉਸਤਤ ਕਾਵਿ ਦੀ ਵੰਨਗੀ ਹੈ। ਪ੍ਰਸ਼ੰਸਾ ਜਾਂ ਉਸਤਤੀ ਕੀਤੀ ਜਾਂਦੀ ਹੈ ਪ੍ਰਭੂ ਦੀ, ਈਸ਼ਵਰ ਦੀ ਸ਼ਬਦ ਰਾਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹਜ਼ਾਰੇ, ਪਦ ਜਾਂ ਪਦੇ ਇਸੇ ਅਰਥ ਵਿੱਚ ਪ੍ਰਯੋਗ ਹੁੰਦੇ ਹਨ। ਜਿਵੇਂ ਤੁਕਾਰਾਮ, ਨਾਮਦੇਵ ਆਦਿ ਭਗਤ ਕਵੀਆਂ ਦੀ ਪਦ ਰਚਨਾ ਅਤੇ ਸੂਰਦਾਸ ਜਾਂ ਮੀਰਾਬਾਈ ਦੇ ਵਿਸ਼ਨ ਪਦੇ ਪ੍ਰਸਿੱਧ ਹਨ, ਜਿਨ੍ਹਾਂ ਵਿੱਚ ਉਹਨਾਂ ਨੇ ਆਪਣੇ ਅਕਾਲ ਪੁਰਖ ਜਾਂ ਪਰਮਾਤਮਾ ਜਾਂ ਰੱਬ ਦੀ ਉਸਤਤੀ ਕੀਤੀ ਹੈ। ਉਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕਿਆ ਸ਼ਬਦ ਕਹੇ ਜਾਂਦੇ ਹਨ। ਸ਼ਬਦ ਛੰਦ ਦੀ ਖਾਸ ਜਾਤੀ ਨਹੀਂ ਹੈ। ਅਨੇਕਾਂ ਛੰਦਾਂ ਦਾ ਰੂਪ ਸ਼ਬਦ ਵਿੱਚ ਦੇਖਿਆ ਜਾ ਸਕਦਾ ਹੈ। ਸ਼ਬਦ ਤੋਂ ਅੱਗੇ ਹੈ ਸ਼ਲੋਕ। ਸ਼ਲੋਕ ਕੀ ਹੈ? ਸ਼ਲੋਕ ਸ਼ਬਦ ਦੇ ਅਰਥ ਹਨ ਪੁਕਾਰ, ਆਵਾਹਨ, ਉਸਤਤ ਜਾਂ ਪ੍ਰਸ਼ੰਸਾ ਜਾਂ ਰੱਬ ਦੀ ਪ੍ਰਸ਼ੰਸਾ ਵਿੱਚ ਜੋ ਗੱਲਾਂ ਕਹੀਆਂ ਮਹਾਂਪੁਰਸ਼ਾਂ ਨੇ ਉਹ ਸ਼ਲੋਕ ਬਣ ਗਏ। ਇਹ ਸ਼ਲੋਕ ਇੱਕ ਜਸ ਕੀਰਤੀ ਦਾ ਗੀਤ ਹੈ। ਉਹ ਕਾਵਿ ਰੂਪ ਵਿੱਚ ਵਿਚਾਰ ਨੂੰ ਪੇਸ਼ ਕੀਤੇ ਜਾਂਦੇ ਹਨ। ਕਾਵਿ ਰੂਪ ਵਿੱਚ ਵਿਚਾਰ ਹੈ ਜੋ ਪੇਸ਼ ਕੀਤੇ ਜਾਂਦੇ ਹਨ ਅਤੇ ਇਸ ਵਿੱਚ ਸੰਜਮਤਾ ਹੈ। ਬਹੁਤ ਥੋੜ੍ਹੇ ਸ਼ਬਦਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਸ਼ਲੋਕ ਦੀ ਚਾਲ ਦੋਹਰੇ ਵਰਗੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕ ਸਿਰਲੇਖ ਹੇਠ ਅਨੇਕ ਛੰਦਾਂ ਦੀ ਵਰਤੋਂ ਹੋਈ ਮਿਲਦੀ ਹੈ। ਜਿਵੇਂ ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ, ਸੱਚੇ ਰਤਾ ਸੱਚ। ਇਹ ਸ਼ਲੋਕ ਦੀ ਉਦਾਹਰਣ ਹੈ। ਇਉਂ ਸ਼ਲੋਕ ਸੂਤਰਿਕ ਸ਼ੈਲੀ ਵਿੱਚ ਗੰਭੀਰ ਵਿਚਾਰਾਂ ਦੀ ਪ੍ਰਸਤੁਤੀ ਕਰਨ ਵਾਲਾ ਲਘੂ ਕਾਵਿ ਰੂਪ ਹੈ। ਇਸ ਤੋਂ ਬਾਅਦ ਜੋ ਕਾਵਿ ਰੂਪ ਹੈ ਉਹ ਹੈ ਕਾਫੀ। ਕਾਫੀ ਦੀ ਕੀ ਵਿਸ਼ੇਸ਼ਤਾ ਹੈ? ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਅਰਬੀ ਵਿੱਚ ਕਾਫੀ ਦਾ ਅਰਥ ਹੈ ਪਿੱਛੇ ਚੱਲਣਾ ਜਾਂ ਅਨੁਚਰ ਜਾਂ ਅਨੁਗਾਮੀ, ਜੋ ਪਿੱਛੇ ਚੱਲਣ ਵਾਲਾ ਹੈ। ਛੰਦ ਦਾ ਉਹ ਪਦ ਜੋ ਸਥਾਈ ਰਹਾਉ ਹੋਵੇ, ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ, ਜੋ ਮੁੜ ਮੁੜ ਗੀਤ ਦੇ ਤਾਲ ਵਿਸ਼ਰਾਮਪੁਰ ਆਵੇ। ਯਾਨੀ ਕਿ ਜੋ ਇੱਕ ਤੁਕਾਂ ਗਾਈਆਂ ਜਾਂਦੀਆਂ ਹਨ ਅਤੇ ਉਸ ਦੇ ਪਿੱਛੇ ਪਿੱਛੇ ਬੋਲਿਆ ਜਾਂਦਾ ਹੈ, ਉਹ ਕਾਫੀ ਹੁੰਦੀ ਹੈ। ਕਾਫੀ ਕਿਸੇ ਛੰਦ ਦਾ ਨਾਮ ਨਹੀਂ, ਸਗੋਂ ਗੀਤ ਦੇ ਰਹਾਉ ਜਾਂ ਗੀਤ ਵਿੱਚ ਟੀਪ ਜਾਂ ਬੰਦ ਹੈ। ਇਸ ਦਾ ਬੁਨਿਆਦੀ ਅੰਸ਼ ਰਾਗਾਤਮਕ ਅਤੇ ਲੈਅ ਦੀ ਹੋਂਦ ਹੈ। ਯਾਨੀ ਕਿ ਇਸ ਵਿੱਚ ਲੈਅ ਉਤਪੰਨ ਹੁੰਦੀ ਹੈ ਤਾਂ ਜੋ ਮਹਿਫਲ ਵਿੱਚ ਇਸ ਨੂੰ ਗਾ ਤੇ ਸਮੂਹਕ ਆਨੰਦ ਮਾਣਿਆ ਜਾ ਸਕੇ। ਇਸ ਨੂੰ ਗਾ ਕੇ ਮਨ ਅਟਕਿਆ ਬੇਪਰਵਾਹ ਨਾਲ, ਉਸ ਦੀਨ ਦੁਨੀਆ ਦੇ ਸ਼ਾਹ ਨਾਲ। ਕਾਫੀ ਰੂਪ ਤੋਂ ਬਾਅਦ ਹੈ ਰੁਬਾਈ। ਰੁਬਾਈ ਦੀ ਕੀ ਵਿਸ਼ੇਸ਼ਤਾ ਹੈ ਜਾਂ ਰੁਬਾਈ ਕਿਸ ਨੂੰ ਆਖਿਆ ਜਾਂਦਾ ਹੈ? ਰੁਬਾਈ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਚਾਰ। ਰੁਬਾਈ ਦਾ ਅਰਥ ਕੀ ਹੈ? ਚਾਰ ਮਿਸਰੇ ਹੁੰਦੇ ਹਨ। ਇਸ ਵਿੱਚ 4 ਮਿਸਰੇ ਹੁੰਦੇ ਹਨ। ਇਸ ਨੂੰ ਦੋ ਬੈਂਤੀ ਜਾਂ ਚੌ ਮਿਸਰੀ ਵੀ ਆਖ ਸਕਦੇ ਹਾਂ, ਪਰ ਇਲਮੀ ਸੰਸਾਰ ਵਿੱਚ ਇਸ ਦਾ ਨਾਂ ਰੁਬਾਈ ਹੈ। ਛੰਦ ਦੇ ਤੌਰ 'ਤੇ ਇਹ ਫਾਰਸੀ ਵਾਲਿਆਂ ਦੀ ਕਾਢ ਹੈ। ਰੁਬਾਈ ਅਤੀ ਲਘੂ ਰੂਪਾਕਾਰ ਹੈ। ਇਸ ਰੂਪਾਕਾਰ ਦੀ ਲਘੂ ਸੰਰਚਨਾ ਨੂੰ ਸੁਭਾਵਿਕ ਹੀ 2 ਅੰਗਾਂ ਵਿੱਚ ਵੰਡ ਲਿਆ ਜਾਂਦਾ ਹੈ। ਪਹਿਲਾ ਅੰਗ ਪਹਿਲੀਆਂ 2 ਤੁਕਾਂ, ਜਿਸ ਵਿੱਚ ਵਰਣਨ ਗੋਚਰ ਵਾਤਾਵਰਣ ਦਾ ਚਿੱਤਰ ਕਰਦਾ ਹੈ। ਪਹਿਲੀਆਂ 2 ਲਾਈਨਾਂ ਵਿੱਚ ਵਾਤਾਵਰਣ ਦਾ ਚਿੱਤਰਨ ਅਤੇ ਦੂਜੀਆਂ ਸਾਰੰਸ਼ ਰੂਪ ਵਿੱਚ। ਰੁਬਾਈ ਰੂਪ ਤੋਂ ਬਾਅਦ ਹੈ 12ਵਾਂ। 12ਵਾਂ ਕੀ ਹੈ? 12ਵਾਂ ਵਿੱਚ ਕੀ ਕੁਝ ਹੁੰਦਾ ਹੈ? 12ਵਾਂ ਕਾਵਿ ਰੂਪ ਦੀ ਉਤਪੱਤੀ ਸੰਸਕ੍ਰਿਤ ਦੇ ਕਾਵਿ ਰੂਪ ਖਟ ਰਿਤੂ ਤੋਂ ਹੋਈ ਜਾਪਦੀ ਹੈ। ਹਿੰਦੀ ਅਤੇ ਸੰਸਕ੍ਰਿਤ ਵਿੱਚ ਇਸ ਦੇ ਪੁਰਾਣੇ ਨਮੂਨੇ ਮਿਲਦੇ ਹਨ।
12ਵਾਂ ਪੰਜਾਬੀ ਕਵਿਤਾ ਦਾ ਉਹ ਰੂਪ ਹੈ ਜਿਸ ਵਿੱਚ ਕਵੀ ਦੇਸੀ ਸੰਮਤ ਜਾਂ 12 ਮਹੀਨਿਆਂ ਦੇ ਕੁਦਰਤੀ ਦ੍ਰਿਸ਼ਾਂ ਨੂੰ ਪਿਛੋਕੜ ਵਿੱਚ ਰੱਖ ਕੇ ਪਰਦੇਸ ਬੈਠੇ ਪ੍ਰੀਤਮ ਦੀ ਯਾਦ ਵਿੱਚ ਭਟਕ ਰਹੀ ਵਿਜੋਗਣ ਪ੍ਰੇਮਿਕਾ ਤੇ ਦਿਲ ਦੀਆਂ ਵਿਲਕਣੀਆਂ ਬਿਆਨ ਕਰਦਾ ਹੈ। 12 ਮਾਹ ਦੇ ਤਕਨੀਕ ਅਨੁਸਾਰ ਪਹਿਲੇ 11 ਮਹੀਨਿਆਂ ਵਿੱਚ ਵਿਜੋਗ ਦੀ ਗੱਲ ਕੀਤੀ ਜਾਂਦੀ ਹੈ ਤੇ ਅੰਤਲੇ 12ਵੇਂ ਮਹੀਨੇ ਵਿੱਚ ਸੰਜੋਗ ਦੀ ਗੱਲ ਕੀਤੀ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 12 ਮਾਹ ਤੁਖਾਰੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 12 ਮਾਹ ਮਾਝ ਪ੍ਰਸਿੱਧ ਹਨ। ਗੁਰੂ ਨਾਨਕ ਦੇਵ ਜੀ ਦਾ ਅਤੇ ਗੁਰੂ ਅਰਜਨ ਦੇਵ ਜੀ ਦੇ ਬਹੁਤ ਸਾਰੇ ਲੋਕ ਗੀਤ ਵੀ 12 ਮਾਹੇ ਅਨੁਸਾਰ ਮਿਲਦੇ ਹਨ। ਇਸੇ ਧਾਰਨਾ ਦਾ ਅਨੁਕੂਲ ਹੈ ਅੰਮ੍ਰਿਤਾ ਪ੍ਰੀਤਮ ਦੀ ਆਪਣੀ ਕਵਿਤਾ ਕਿਕਰਾਂ ਵੇ ਕੰਡਿਆਲਿਆ ਉੱਪਰੋਂ ਚੜਿਆ ਪੋ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਇਸ ਕਵਿਤਾ ਵਿੱਚ ਵੀ ਅੰਮ੍ਰਿਤਾ ਪ੍ਰੀਤਮ ਜੀ ਨੇ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ। ਉਸ ਤੋਂ ਅੱਗੇ ਹੈ ਵਾਰ ਰੂਪ। ਉਹ ਕਾਵ ਰੂਪ ਜਿਸ ਵਿੱਚ ਕਿਸੇ ਬਹਾਦਰ ਯੋਧੇ ਦਾ ਜਸ ਗਾਇਨ ਕੀਤਾ ਜਾਵੇ ਉਸ ਨੂੰ ਵਾਰ ਆਖਿਆ ਜਾਂਦਾ ਹੈ। ਵਾਰ ਕਾਵ ਰੂਪ ਯੁੱਧ ਵਰਣਨ, ਲੜਾਈ ਦਾ ਨਿਰਪੱਖ ਬਿਆਨ ਅਤੇ ਵੀਰ ਰਸ ਦੀ ਇਸ ਵਿੱਚ ਪ੍ਰਧਾਨਤਾ ਹੁੰਦੀ ਹੈ। ਵਾਰ ਪੌੜੀਆਂ ਵਿੱਚ ਰਚੀ ਜਾਂਦੀ ਹੈ। ਇਸ ਵਿੱਚ ਨਿਸ਼ਾਨੀ ਛੰਦ ਅਤੇ ਸਿਰਖੰਡੀ ਛੰਦ ਪ੍ਰਯੋਗ ਵਿੱਚ ਲਿਆਂਦੇ ਜਾਂਦੇ ਹਨ। ਕੜਾਕੇਦਾਰ ਸ਼ਬਦਾਵਲੀ ਦਾ ਪ੍ਰਯੋਗ ਇਸ ਵਿੱਚ ਕੀਤਾ ਜਾਂਦਾ ਹੈ। ਵਾਰ ਰੂਪ ਤੋਂ ਅੱਗੇ ਹੈ ਕਿੱਸਾ। ਇਹ ਸਾਰੇ ਕਵਿਤਾ ਦੇ ਰੂਪ ਹਨ। ਕਿੱਸਾ ਜੋ ਕਾਵ ਹੈ, ਸ਼ਬਦਕੋਸ਼ ਅਨੁਸਾਰ ਕਿੱਸਾ ਸ਼ਬਦ ਦਾ ਅਰਥ ਹੈ ਅਫਸਾਨਾ, ਕਹਾਣੀ ਜਾਂ ਬਿੱਤੀ ਘਟਨਾ ਜਾਂ ਬਿਰਤਾਂਤ ਦਾ ਬਿਆਨ, ਯਾਨੀ ਕਿ ਇਹ ਇੱਕ ਲੰਮੀ ਕਵਿਤਾ ਦੀ ਤਰ੍ਹਾਂ ਹੁੰਦਾ ਹੈ। ਕਿੱਸਾ ਇੱਕ ਸਾਹਿਤਕ ਰੂਪ ਹੈ। ਇਸ ਸਾਹਿਤਕ ਰੂਪ ਰਾਹੀਂ ਪ੍ਰਮਾਣਿਕ ਇਤਿਹਾਸਿਕ ਘਟਨਾਵਾਂ, ਕਲਪਿਤ ਘਟਨਾਵਾਂ ਵੀ ਬਿਆਨ ਕੀਤੀਆਂ ਜਾਂਦੀਆਂ ਹਨ। ਕਿੱਸਾ ਆਕਾਰ ਵਿੱਚ ਲੰਮੀ ਜਿਹੀ ਕਵਿਤਾ ਹੁੰਦੀ ਹੈ ਜਿਸ ਵਿੱਚ ਬਿਰਤਾਂਤ ਦਾ ਅੰਸ਼ ਸ਼ਾਮਿਲ ਹੁੰਦਾ ਹੈ ਜਿਸ ਦਾ ਵਿਸ਼ਾ ਕੌਮੀ ਪੱਧਰ ਦਾ ਹੁੰਦਾ ਹੈ। ਕਿੱਸੇ ਦੀਆਂ ਘਟਨਾਵਾਂ ਵਿੱਚ ਆਮ ਕਰਕੇ ਰੋਮਾਂਟਿਕ ਅੰਸ਼ ਭਾਰੂ ਹੁੰਦੇ ਹਨ। ਕਿੱਸਾ ਮੱਧ ਯੁੱਗ ਦਾ ਇੱਕ ਪ੍ਰਧਾਨ ਸਾਹਿਤ ਹੈ। ਇਸ ਵਿੱਚ ਅਲੌਕਿਕਤਾ, ਆਦਰਸ਼ਕਤਾ, ਹੂਣੀਵਾਦ ਦਾ ਅੰਸ਼ ਭਾਰੂ ਹੁੰਦਾ ਹੈ। ਕਿੱਸੇ ਤੋਂ ਬਾਅਦ ਹੈ ਜੰਗਨਾਮਾ ਕਾਵ ਰੂਪ। ਜੰਗਨਾਮਾ ਸ਼ਬਦਾਂ ਤੋਂ ਬਣਿਆ ਯੋਗਿਕ ਸ਼ਬਦ ਹੈ ਜਿਸ ਦਾ ਅਰਥ ਹੈ ਜੰਗ ਸੰਬੰਧੀ ਵੇਰਵਾ ਦੇਣ ਵਾਲੀ ਕਵਿਤਾ। ਜੰਗਨਾਮਾ ਵਾਰ ਕਾਵ ਰੂਪ ਵਾਂਗ ਯੁੱਧ ਦਾ ਵਰਣਨ ਕਰਦਾ ਹੈ। ਜਿਸ ਤਰ੍ਹਾਂ ਵਾਰ ਵਿੱਚ ਯੁੱਧ ਦਾ ਵਰਣਨ ਹੁੰਦਾ ਹੈ ਉਸੇ ਤਰ੍ਹਾਂ ਜੰਗਨਾਮੇ ਵਿੱਚ ਯੁੱਧ ਦਾ ਵਰਣਨ ਕੀਤਾ ਜਾਂਦਾ ਹੈ। ਪਰ ਇਸ ਦਾ ਛੰਦ ਬੈਂਤ ਜਾਂ ਕੋਈ ਹੋਰ ਹੋ ਸਕਦਾ ਹੈ। ਨਿਸ਼ਾਨੀ ਛੰਦ ਇਸ ਲਈ ਲਾਜ਼ਮੀ ਨਹੀਂ, ਪਰ ਵਾਰ ਲਈ ਨਿਸ਼ਾਨੀ ਅਤੇ ਪੌੜੀ ਜ਼ਰੂਰੀ ਹੈ। ਜੰਗਨਾਮੇ ਅੰਦਰ ਇਤਿਹਾਸ ਦੀ ਪੇਸ਼ਕਾਰੀ ਹੋ ਸਕਦੀ ਹੈ। ਵੀਰ ਰਸ ਦੇ ਨਾਲ ਨਾਲ ਸ਼ਾਂਤ ਰਸ ਜਾਂ ਕਰੁਣਾ ਰਸ ਵੀ ਪ੍ਰਗਟਾਇਆ ਜਾਂਦਾ ਹੈ। ਪਰ ਜੰਗਨਾਮੇ ਵਿੱਚ ਵੀਰ ਰਸ, ਕਰੁਣਾ ਅਤੇ ਸ਼ਾਂਤ ਰਸ ਪ੍ਰਗਟਾਇਆ ਜਾ ਸਕਦਾ ਹੈ। ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਸ਼ਾਹ ਮੁਹੰਮਦ ਦੀ ਇੱਕ ਉੱਤਮ ਰਚਨਾ ਹੈ। ਕਿੱਸੇ ਕਾਵ ਰੂਪ ਤੋਂ ਬਾਅਦ ਹੈ ਸੀਰਫੀ ਕਾਵ ਰੂਪ। ਸੀਰਫੀ ਵਿੱਚ 30 ਹਰਫੀਆਂ ਜਾਂ ਬੰਦ ਹੁੰਦੇ ਹਨ। ਅਰਬੀ ਵਿੱਚ ਹਰਫ ਦਾ ਅਰਥ ਹੈ ਵਰਣ ਜਾਂ ਅੱਖਰ। ਅਰਬੀ ਵਰਣਮਾਲਾ ਦੇ ਹਰ ਅੱਖਰ ਨੂੰ ਵਾਰੀ-ਵਾਰੀ ਉਚਾਰ ਕੇ ਕਵੀ ਕਵਿਤਾ ਜੋ ਆਪਣੀ ਰਚਦਾ ਹੈ। ਇੱਕ ਖਿਆਲ ਇੱਕ ਵਰਣ ਨਾਲ ਪੂਰਾ ਕਰ ਦਿੱਤਾ ਜਾਂਦਾ ਹੈ। ਅਰਬੀ ਵਰਣਮਾਲਾ ਦੇ 28 ਹਰਫ ਹੁੰਦੇ ਹਨ ਅਤੇ 2 ਬੰਦ ਮਰਜ਼ੀ ਨਾਲ ਜੋੜ ਕੇ 30 ਹਰਫ ਜਾਂ 30 ਅੱਖਰ ਬਣ ਜਾਂਦੇ ਹਨ। 30 ਹਰਫ ਬਣਨ ਤੋਂ ਬਾਅਦ 30 ਹਰਫੀ ਉਚਾਰਨ ਯਾਨੀ ਕਿ ਸ਼ੀ ਹਰਫੀ ਬਣ ਜਾਂਦਾ ਹੈ। ਸ਼ੀ ਦਾ ਅਰਥ ਹੈ 30। ਮਿਸਾਲ ਵਜੋਂ ਜੋ ਜ਼ੁਲਮ ਹੈ ਯਾਰ ਤੋਂ ਦੂਰ ਰਹਿਣਾ ਪਈ ਗੂੰਜ ਕੇ ਵਾਂਗ ਕੁਰਲਾਣੀ ਆ। ਸੀ ਹਰਫੀ ਦੀ ਉਦਾਹਰਨ ਦਿੱਤੀ ਹੈ। ਇਹ ਸੀ ਬਈ UGC ਨੈਟ ਦੀ ਜੋ ਯੂਨਿਟ 1 ਵਿੱਚ ਜੋ ਸਿਲੇਬਸ ਹੈ
ਇਹ ਆਪਾਂ ਨੇ 2 ਵੀਡੀਓ 'ਚ ਕਵਰ ਕਰ ਲਿਆ ਹੈ। ਇਸ ਤੋਂ ਪਹਿਲਾਂ ਇੱਕ ਵੀਡੀਓ ਹੋਰ ਹੈ, ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਇਸ ਤੋਂ ਅੱਗੇ ਹੋਰ ਵੀ ਹੈ ਸਿਲੇਬਸ, ਫਸਟ ਯੂਨਿਟ ਵਿੱਚ ਹੋਰ ਵੀ ਟੌਪਿਕ ਹਨ, ਉਸ ਲਈ ਹੋਰ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਲੇਕਿਨ ਰਿਸਪੌਂਸ ਜੇਕਰ ਆਇਆ ਤਾਂ, ਜੇਕਰ ਵੀਡੀਓ ਪਸੰਦ ਆਈ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ।